26 numerical जो ने अपन ने किया हुआ, a charge of magnitude q is divided into two parts, ठीक है, q coulomb and q minus q coulomb, such that the two parts they exert maximum force on each other। इस क्वेश्चन के अंदर मैंने जो किया बेटा उन्हें आ चीज कही है क्वेश्चन 26 का कि ਤੁਹਾਡੇ ਕੋਲ ਇੱਕ ਬੋਡੀ ਦੇ ਉੱਤੇ q ਕੂਲਮ ਚਾਰਜ ਹੈਗਾ, ठीक है, बॉडी इस ਦੇ ਉੱਤੇ ਮੇਰੇ ਕੋਲ q ਕੂਲਮ ਚਾਰਜ ਆ, ਜੇ ਮੈਂ ਇਸ q ਕੂਲਮ ਚਾਰਜ ਨੂੰ ਦੋ ਪਾਰਟ ਚ ਡਿਵਾਈਡ ਕਰ ਲਵਾਂ, ਮੈਂ ਇਸ ਦੇ ਵਿੱਚੋਂ ਐਸਾ ਜੀ q ਕੂਲਮ ਚਾਰਜ ਜਿਹੜਾ ਵਾ ਉਹ ਲੈ ਲਿਆ ਤੇ ਜਿਹੜਾ ਬਾਕੀ ਦਾ ਚਾਰਜ ਬੋਡੀ ਦੇ ਉੱਤੇ ਰਹਿ ਗਿਆ ਉਹ q q ਕੂਲਮ ਆ ਜਾਊ। ਇਹਦਾ ਮਤਲਬ ਆਪਣੇ ਕੋਲ ਜਿਹੜੇ ਦੋ ਚਾਰजेस ਆ ਗਏ ਉਹਨਾਂ ਚੋਂ ਜੇ q1 ਨੂੰ ਮੈਂ q1 ਲਵਾਂ ਤੇ ਜਿਹੜਾ q2 ਮੇਰੇ ਕੋਲ ਹੈਗਾ ਉਹਦੀ ਅਮਾਉਂਟ q q ਆ। क्या ਇਹਦੀ ਗੱਲ ਸਮਝ ਲੱਗੀ ਪਹਿਲਾਂ? यस सर। ਹੁਣ ਉਹਨੇ ਕਿਹਾ ਕਿ ਵੀ ਇਹ ਦੋ ਚਾਰਜ ਜਦੋਂ ਡਿਵੈਲਪ ਕਰਦੇ ਨਾ ਤੇ ਆ q ਦੀ ਵੈਲਿਊ ਕਿੰਨੀ ਹੋਵੇ, मतलब जे 10 कूलम आ ਤੇ 10 ਕੂਲਮ ਨੂੰ ਜੇ ਮੈਂ ਦੋ ਪਾਰਟ ਚ ਡਿਵਾਈਡ ਕਰਾਂ ਤੇ क्या ਇਹ 2 ਕੂਲਮ ਤੇ 8 ਕੂਲਮ ਲਵਾਂ, क्या ये 3 कूलम ते 7 कूलम लवा, क्या ये 4 कूलम ते 6 कूलम लवा, मतलब आ क्यों कितना मैं लवा कि भी जेडी इना दो चार्जेस दे अक्रॉस फोर्स होएगी वो मैक्सिमम आ। एक वर्ड आ पूरे क्वेश्चन को बनाने वाला, ठीक है जी, मैक्सिमम फोर्स। ਇਹਨੂੰ ਸਮਝਣਾ ਪਏਗਾ। ਆਪਾਂ ਮੈਕਸਿਮਮ ਦੀ ਕੰਡੀਸ਼ਨ ਕੀ ਬਣਾਉਣ ਲੱਗੇ, ਇਹਦੇ ਨਾਲ ਰਿਲੇਟਡ ਇੱਕ ਨੂਮੈਰੀਕਲ +1 ਚ ਗ੍ਰੈਵਿਟੇਸ਼ਨ ਦਾ ਕੀਤਾ ਸੀ। जे एक बॉडी का मास मेरे को जेड़ा वा वो m किलोग्राम आ, ਉਹਦੇ ਵਿੱਚੋਂ ਕੁਝ ਮਾਸ ਮੈਂ ਰਿਮੂਵ ਕਰਨਾ, ਠੀਕ ਹੈ, ਤਾਂ ਕਿ ਜਿਹੜੇ ਦੋ ਮਾਸਸ ਬਣ ਜਾਣ ਉਹਨਾਂ ਦੇ ਅਕ੍ਰੋਸ ਗ੍ਰੈਵਿਟੇਸ਼ਨਲ ਫੋਰਸ ਆਫ ਅਟਰੈਕਸ਼ਨ ਜਿਹੜੀ ਆ ਉਹ ਮੈਕਸਿਮਮ ਹੋ ਜੇ। ਸੇਮ ਉਸੇ ਪੈਟਰਨ ਤੇ ਉਹਨਾਂ ਮੈਨੂੰ ਇਹ ਕਿਹਾ ਵਾ ਕਿ ਜਿਹੜੇ ਦੋ ਚਾਰਜ ਮੈਂ ਬਿਲਡ ਅਪ ਕਰਾਂ ਇਹਨਾਂ ਦੇ ਅਕ੍ਰੋਸ ਫੋਰਸ ਮੈਕਸਿਮਮ ਆ ਜੇ। ਤੇ ਪੁੱਤ ਜਿਹੜੀ ਚੀਜ਼ ਸਮਝਣ ਵਾਲੀ ਆ ਉਹ ਇਹ ਵਰਡ ਆ ਕਿ ਫੋਰਸ ਦੀ ਵੈਲਿਊ चेंज होती पई आ विद रिस्पेक्ट टू q, ठीक है, ते ਅਸੀਂ मैथमेटिक्स ਦੇ ਅੰਦਰ डिफरेंशिएशन पढ़ते हैं, ठीक है। इते ਜਿਹੜੀ ਚੀਜ਼ ਦੀ ਲੋੜ ਪੈਣੀ ਉਹ ਆ ਹੋਏਗੀ ਜੇ ਮੰਨ ਲਓ ਮੈਂ ਕਿਸੇ ਟਰਮ ਨੂੰ ਇਦਾਂ ਲਿਖਾਂ dx/dt ਤੇ ਇਹਦਾ ਮਤਲਬ ਇਹ ਆ x ਦੀ ਵੈਲਿਊ ਦੇ ਅੰਦਰ ਚੇਂਜ ਸਟੱਡੀ ਕਰਨੀ when you change the time, यानी जे आ टर्म के अंदर कोई चेंज आंदी पई जिदे रिस्पेक्टिवली चेंज आंदी पई है ना, वो चेंज की आएगी ओनु कैलकुलेट कर। हुन जेड़ा क्वेश्चन च वर्ड आ, ठीक है, जे मैं दो चार्जेस दे विच ही फोर्स लिखा ते पहलो फोर्स दा फार्मूला ते ए आ जाएगा k, ठीक है जी, q1 इनु कहना पिया, q2 q q नु कह रहे हैं और डिस्टेंस बिटवीन द टू चार्ज मान लो r हैगा। यानी ਜਦੋਂ ਇਸ ਬੋਡੀ ਦੇ ਚਾਰਜ ਨੂੰ ਮੈਂ ਦੋ ਪਾਰਟ ਚ ਡਿਵਾਈਡ ਕੀਤਾ ਤੇ ਲੈਟ ਮੀ ਸੇ ਦ ਟੂ ਬੋਡੀਜ਼ ਜਾਂ ਦੋ ਚਾਰਜ ਪਾਰਟੀਕਲ ਜਿਹੜੇ ਨੇ ਦੇ ਆਰ ਪਲੇਸਡ ਅਲੋਂਗ ਦਿਸ ਵੇ, ਇੱਥੇ q ਕੂਲਮ ਔਰ ਇੱਥੇ ਮੇਰੇ ਕੋਲ q q ਕੂਲਮ ਐਂਡ ਡਿਸਟੈਂਸ ਬਿਟਵੀਨ ਦ ਟੂ ਚਾਰਜ that is taken to be d। ਚਲੋ d ਲਿਖ ਦਿਓ। यानी ਆ ਮੇਰੇ ਕੋਲ ਦੋ ਚਾਰਜ ਦੇ ਅਕ੍ਰੋਸ ਜਿਹੜੀ ਆ ਅਸੀਂ ਫੋਰਸ ਕੈਲਕੂਲੇਟ ਕਰਨੀ ਆ। क्या ਇੰਨੀ ਗੱਲ ਪਹਿਲਾਂ ਸਮਝ ਲੱਗੀ? यस ਉਹਨੇ ਇਹ ਕਿਹਾ ਕਿ ਵੀ ਤੁਸੀਂ ਐਸ ਸੱਚ ਇਸ q ਦੀ ਵੈਲਿਊ ਉਹ ਡਿਵੈਲਪ ਕਰੋ ਜਿਹਦੇ ਨਾਲ ਦੋ ਚਾਰਜ ਦੇ ਅਕ੍ਰੋਸ ਫੋਰਸ ਦੀ ਵੈਲਿਊ ਮੈਕਸਿਮਮ ਹੋ ਜੇ। ਹੁਣ ਜੇ ਮੈਂ ਇੱਕੋ ਦੇਖਾ ਪੁੱਤ f ਦੀ ਵੈਲਿਊ ਕਿੰਨਾ ਚੇਂਜ ਹੋ ਰਹੀ ਹੈ, ਜੇ ਮੈਂ ਆ ਕਹਾਂ f ਚੇਂਜ ਹੋ ਰਿਹਾ, ਆਪਾਂ ਇਹ ਮੰਨ ਲਿਆ ਕਿ ਦੋ ਚਾਰਜ ਦੇ ਵਿਚਲਾ ਡਿਸਟੈਂਸ ਨਹੀਂ ਚੇਂਜ ਹੋ ਰਿਹਾ। ਜੇ ਇਹ 2 ਕੂਲਮ ਤੇ 8 ਕੂਲਮ ਆ, ਜੇ ਇਹ 3 ਕੂਲਮ ਤੇ 7 ਕੂਲਮ ਆ। युवराज जी जो दस रहा एक बार सुनो फिर मैं दोबारा रिपीट कर दांगा बेटा। जे मेरे को एसएच टोटल 10 कूलम चार्ज आ ਉਹਦੇ ਮੈਂ ਦੋ ਪਾਰਟ ਇਦਾਂ ਬਣਾਏ ਕਿ ਇੱਕ 2 ਕੂਲਮ ਤੇ ਇੱਕ 8 ਕੂਲਮ ਜਾਂ ਮੈਂ 3 ਕੂਲਮ ਤੇ 7 ਕੂਲਮ ਰੱਖੇ ਮੈਂ ਹਰ ਵਾਰੀ ਜਿਹੜੇ ਉਹ d ਡਿਸਟੈਂਸ ਤੇ ਹੈ। ਇਹਦਾ ਮਤਲਬ ਇਸ ਫਾਰਮੂਲੇ ਦੇ ਅੰਦਰ d ਮੇਰਾ ਕਾਂਸਟੈਂਟ ਆ, ਇਸ ਫਾਰਮੂਲੇ ਦੇ ਅੰਦਰ k ਮੇਰਾ ਕਾਂਸਟੈਂਟ ਆ, ਜੋ ਚੇਂਜੇਬਲ ਵਾ ਇਸ ਫਾਰਮੂਲੇ ਦੇ ਅੰਦਰ ਉਹ ਆ q ਆ। ਜਦੋਂ q ਦੀ ਵੈਲਿਊ ਚੇਂਜ ਹੁੰਦੀ ਪਈ ਆ, ਜਦੋਂ ਇੱਥੇ q ਨੂੰ ਚੇਂਜ ਕਰਾਂਗਾ ਤੇ ਇਹਦੇ ਚੇਂਜ ਹੋਣ ਦੇ ਨਾਲ ਆ q q ਦੀ ਵੈਲਿਊ ਵੀ ਚੇਂਜ ਹੋ। ਆ ਗੱਲ ਸਮਝ ਆਈ ਜੋ ਦੱਸਦਾ ਪਿਆ? यस सर। ਉਹਦੇ ਮੈਂ ਫੇਰ ਇੱਕ ਵਾਰੀ ਸਾਰਾ ਨੂਮੈਰੀਕਲ ਦੀ ਸਟੇਟਮੈਂਟ ਰਿਪੀਟ ਕਰ ਰਿਹਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਇੱਕ ਵਰਡ ਆ ਸਿਰਫ ਜਿਹੜਾ ਪੂਰਾ ਨੂਮੈਰੀਕਲ ਬਣਾਏਗਾ,
ठीक है, और वो वर्ड ए हैगा उन्हें क्या जी फोर्स बिटवीन द टू चार्ज, ठीक है, फोर्स बिटवीन द टू चार्ज, कोई भी होगा फोर्स बिटवीन द टू चार्ज ਜਿਹੜੀ ਆ ਉਹ ਮੈਕਸਿਮਮ ਹੋਵੇ। बेटा ਅਸੀਂ मैथमेटिक्स ਦੇ ਅੰਦਰ ਐਸ ਸੱਚ ਮੈਕਸਿਮਾ ਤੇ ਮਿਨੀਮਾ ਦਾ ਇੱਕ ਚੈਪਟਰ ਪੜ੍ਹਦੇ ਹਾਂ, ठीक है, ਉਸ ਦੇ ਅਕੋਰਡਿੰਗਲੀ ਅਸੀਂ ਇੱਕ ਲਾਈਨ ਲੈ ਕੇ ਚੱਲ ਰਹੇ ਹਾਂ, ਜਦੋਂ ਕਿਸੇ ਵੀ ਚੀਜ਼ ਦੀ ਵੈਲਿਊ ਮੈਕਸਿਮਮ ਜਾਂ ਮਿਨੀਮਮ ਹੋ ਜਾਂਦੀ ਉਹ ਵੈਲਿਊ ਹਮੇਸ਼ਾ ਕਾਂਸਟੈਂਟ ਕੰਸੀਡਰ ਹੁੰਦੀ ਹੈ ਤੇ ਕਿਸੇ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਹਮੇਸ਼ਾ ਜਿਹੜੀ ਆ ਉਹ ਜ਼ੀਰੋ ਹੁੰਦੀ। ਮੈਨੂੰ ਦੋ ਵਰਡ ਦੀ ਜਿਹੜੀ ਸਮਝ ਆ ਉਹ ਇਸ ਨਿਊਮੈਰੀਕਲ ਤੋਂ ਪਹਿਲਾਂ ਚਾਹੀਦੀ। ਇਸ ਮੂਮੈਂਟ ਤੇ ਸਾਡੀ ਫੋਰਸ ਜਿਹੜੀ ਆ ਇਹ ਚੇਂਜ ਹੁੰਦੀ ਪਈ ਹੈ। ਕਹਿੰਦਾ ਫੋਰਸ ਕਿਹਦੇ ਨਾਲ ਚੇਂਜ ਹੁੰਦੀ ਪਈ ਆ, ਕਹਿੰਦਾ ਜੀ ਕਿਊ ਦੇ ਨਾਲ। ਤੁਸੀਂ ਇਸ ਕਿਊ ਕੂਲਮ ਨੂੰ 1 ਕੂਲਮ ਬਣਾਇਆ ਤੇ ਇਹਨੂੰ 9 ਕੂਲਮ ਪੜਿਆ, ਇਹਨੂੰ ਤੁਸੀਂ 2 ਕੂਲਮ ਮੰਨ ਲਿਆ ਤੇ ਇਹ 8 ਕੂਲਮ ਬਣ ਗਿਆ, ਇਹਨੂੰ 3 ਕੂਲਮ ਮੰਨਿਆ ਤੇ 7 ਕੂਲਮ। ਇਹਦਾ ਮਤਲਬ ਆ ਕਿਊ ਦੇ ਚੇਂਜ ਹੁੰਦੇ ਜਾਣ ਨਾਲ, ਠੀਕ ਹੈ ਜੀ, ਮੇਰੀ ਇੱਥੇ ਫੋਰਸ ਦੀ ਵੈਲਿਊ ਚੇਂਜ ਹੁੰਦੀ ਪਈ। ਜੇ ਫੋਰਸ ਦੀ ਵੈਲਿਊ ਚੇਂਜ ਹੁੰਦੇ 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 ਕੋਈ ਇੱਕ ਕਿਊ ਦੀ ਵੈਲਿਊ ਇਦਾਂ ਦੀ ਆ ਗਈ ਕਿ ਜਦੋਂ ਇਹ ਫੋਰਸ ਮੈਕਸਿਮਮ ਹੋ ਗਈ ਹਨਾ, ਮੈਨੂੰ ਨੇ ਉਹ ਕਿਊ ਦੀ ਵੈਲਿਊ ਪੁੱਛੀ ਕਿ ਵੀ ਆ ਕਿਊ ਕਿੰਨਾ ਹੋਏਗਾ ਕਿ ਵੀ ਆ ਫੋਰਸ ਦੀ ਵੈਲਿਊ ਮੈਕਸਿਮਮ ਆ ਜਾਏ। क्या आ लाइन समय लगी जो दसदा पिया? Yes, sir. यस सर Yes, sir. रिपीट करो एक बार। Yes, sir. मैथमेटिकली एक कंडीशन की बना के लिखी दी आ ਉਹਨੂੰ ਅਸੀਂ ਇਦਾਂ ਲਿਖਾਂਗੇ if ਆਹੀ ਇੱਕ ਲਾਈਨ ਹੋਏਗੀ ਜਿਹੜੀ ਤੁਹਾਡੇ ਦਿਮਾਗ 'ਚ ਆਣੀ ਚਾਹੀਦੀ ਨਿਊਮੈਰੀਕਲ ਦੇ ਸ਼ੁਰੂ ਕਰਨ ਤੋਂ ਪਹਿਲਾਂ, if f equal to f maximum। ਜੇ ਤੁਸੀਂ ਕਹਿ ਰਹੇ ਹੋ ਕਿ ਦੋ ਚਾਰਜ ਦੇ ਵਿਚਲੀ ਫੋਰਸ ਮੈਕਸਿਮਮ ਆ ਹਨਾ, only if differentiation of force with respect to charge, ठीक है, फोर्स वेरी करदी पई, फोर्स किदे नाल वेरी करदी पई क्यू दे नाल, ते जे इस वेले फोर्स दी वैल्यू मैक्सिमम आ ते एदी डिफरेंशिएशन विद रिस्पेक्ट टू चार्ज जेडी आ इस कंडीशन दे अंदर जीरो होनी चाहिए। आ गल समझ लगी जो बोलिया मैं? यस Yes, सर। sir. Yes, sir. ਜਿਹਨੂੰ ਵੀ ਨਿਊਮੈਰੀਕਲ ਚ ਡਾਊਟ ਆਣਾ, ਠੀਕ ਹੈ, ਉਹ ਇੱਕ ਲਾਈਨ ਦਾ ਡਾਊਟ ਆ, ਸਿਰਫ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਲਓ। ਅਸੀਂ ਐਸਐਚ ਆ ਲਿਖਿਆ ਹੋਵੇ d/dt ਆਫ 5 ਦੀ ਡਿਫਰੈਂਸ਼ੀਏਸ਼ਨ ਕਰੋ ਟਾਈਮ ਦੇ ਰਿਸਪੈਕਟਿਵਲੀ। ਤੁਸੀਂ ਕਹਿੰਦੇ ਜੀ 5 ਕਾਂਸਟੈਂਟ ਆ, ਟਾਈਮ ਨਾਲ ਨਹੀਂ ਚੇਂਜ ਹੁੰਦਾ ਤੇ ਇਹਦੀ ਡਿਫਰੈਂਸ਼ੀਏਸ਼ਨ 0 ਆ। ਮੈਂ ਇਹਨੂੰ ਪੁੱਠਾ ਬੋਲਦਾ ਕਿ ਇੱਥੇ ਮੈਂ ਕੁਝ ਲਿਖ ਦਵਾਂ, ਇੱਥੇ ਮੈਂ ਕੁਝ ਲਿਖ ਦਵਾਂ, ਮੰਨ ਲਓ x ਲਿਖ ਲਿਆ, a ਲਿਖ ਲਿਆ, b ਲਿਖ ਲਿਆ, पर मैं कहा जी ਇਹਦੀ ਡਿਫਰੈਂਸ਼ੀਏਸ਼ਨ ਟਾਈਮ ਨਾਲ ਕੀਤੀ 0 ਆਈ ਤੇ ਮੈਂ ਇਹ ਕਹੂੰਗਾ ਇਹਦਾ ਮਤਲਬ ਇੱਥੇ ਲਿਖੀ ਟਰਮ ਜਿਹੜੀ ਇਹ ਕਾਂਸਟੈਂਟ ਹੋਏ। ਕੀ ਆ ਗੱਲ ਸਮਝ ਲੱਗਦੀ ਵੀ? Yes, sir. Yes, sir. यस सर Yes, sir. ਸੇਮ ਵਰਡ ਆਪਣੇ ਉੱਪਰ ਕੁਐਸਚਨ ਜਾ ਕਿ ਵੀ ਤੁਹਾਡੇ ਚਾਰਜ ਦੀ ਵੈਲਿਊ ਕੁਝ ਇਦਾਂ ਦੀ ਆਵੇ ਕਿ ਫੋਰਸ ਨੂੰ ਮੈਕਸਿਮਮ ਕਰ ਦੇਵੇ। ਇਹਦਾ ਮਤਲਬ ਫੋਰਸ ਦੀ ਵੈਲਿਊ ਚੇਂਜ ਹੁੰਦੀ ਜਾਏਗੀ ਜਿੱਦਾਂ ਜਿੱਦਾਂ ਕਿਊ ਨੂੰ ਚੇਂਜ ਕਰਾਂਗਾ। ਤੇ ਜਦੋਂ ਕੋਈ ਟਰਮ ਚੇਂਜ ਹੋਵੇ ਵਿਦ ਰਿਸਪੈਕਟ ਟੂ ਸਮਵਨ ਤੇ ਅਸੀਂ ਕਹਿੰਦੇ ਉਹਦੀ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਦੈਟ ਵੇਰੀਏਬਲ, ਠੀਕ ਹੈ, ਉਹਨੂੰ ਸੋਲਵ ਕਰਾ ਤੇ ਜਦੋਂ ਇਹ ਵੈਲਿਊ ਮੈਕਸਿਮਮ ਜਾਂ ਮਿਨੀਮਮ ਹੋ ਜਾਵੇ, ਇਹ ਮੈਕਸਿਮਮ ਤੇ ਮਿਨੀਮਮ ਦੋਨੋਂ ਚੀਜ਼ਾਂ ਕਾਂਸਟੈਂਟ ਹੁੰਦੀਆਂ ਤੇ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਹਮੇਸ਼ਾ 0। ਜੇ ਆ ਲਾਈਨ ਸਮਝ ਲੱਗ ਗਈ ਤਾਂ ਮੈਨੂੰ ਬੋਲੋ ਜੀ, ਮੈਂ ਫੇਰ ਨਿਊਮੈਰੀਕਲ ਅੱਗੇ ਕੰਟੀਨਿਊ ਕਰ ਪਾਵਾਂਗਾ। ਕੀ ਆ Yes, sir. Yes, sir. Yes, sir. यस सर ਹੁਣ ਇਸੇ ਦੇ ਅਕੋਰਡਿੰਗਲੀ ਜੇ ਆਪਾਂ ਲੈ ਕੇ ਚੱਲੀਏ ਸਾਡੀ ਫੋਰਸ ਦੀ ਆ ਵੈਲਿਊ ਆ, ਠੀਕ ਹੈ, ਤੇ ਜਦੋਂ ਇਹ ਫੋਰਸ ਦੀ ਵੈਲਿਊ ਕਿਸੇ ਕਿਊ ਦੇ ਕਰਕੇ ਮੈਕਸਿਮਮ ਹੋਈ ਹੋਏਗੀ ਤੇ ਇਹਦੀ ਡਿਫਰੈਂਸ਼ੀਏਸ਼ਨ ਅਸੀਂ 0 ਨਾਲ ਇਕੁਏਟ ਕਰ ਦਾਂਗੇ। देयरफॉर ਇੱਥੇ ਲਿਖ ਕੇ ਚੱਲਣਾ ਤਾਂ ਮਤਲਬ ਇਹ ਆ ਜਾਏਗਾ d/dq ਆਫ f ਦੀ ਵੈਲਿਊ ਆਈ ਮੇਰੀ a q ਓਵਰ d ਸਕੁਅਰ ਇਕੁਅਲ ਟੂ 0। ठीक है जी, ਹੁਣ ਆ ਜਿੰਨੀ ਟਰਮ ਆ ਇਹਦੇ ਵਿੱਚੋਂ ਕਾਂਸਟੈਂਟ ਟਰਮ ਬਾਹਰ ਕੱਢ ਦੋ, ਵੇਰੀਏਬਲ ਅੰਦਰ ਰਹਿ ਜਾਂਦਾ। ਹੁਣ ਜੇ ਇਹਨਾਂ ਵਿੱਚੋਂ ਕਾਂਸਟੈਂਟ ਲਵਾਂ ਤੇ k ਕਾਂਸਟੈਂਟ ਆ, d ਕਾਂਸਟੈਂਟ ਆ, ਇਹਨੂੰ k/d ਸਕੁਅਰ ਬਾਹਰ ਰੱਖ ਦਿੰਨੇ ਤੇ ਡਿਫਰੈਂਸ਼ੀਏਸ਼ਨ ਆਪਾਂ ਜਿਹੜੀ ਲਿਖਣੀ ਆ ਉਹ ਮੇਰੇ ਕੋਲ ਐਸਾ ਚ q ਤੇ ਇਹਦੀ ਪ੍ਰੋਡਕਟ ਨੂੰ ਐਕਸਪੈਂਡ ਕਰ ਲਓ। ਪ੍ਰੋਡਕਟ ਐਕਸਪੈਂਡ ਕਰਾ ਤੇ q ਸਕੁਅਰ ਇਕੁਅਲ ਟੂ 0। क्या आ स्टेप क्लियर है? Yes, sir.
ਹੁਣ ਆ ਜਿੰਨੀ ਟਰਮ ਆ ਜੇ ਮੈਂ 0 ਵਾਲੀ ਸਾਈਡ ਲੈ ਜਾਵਾਂ ਠੀਕ ਹੈ ਤਾਂ 0 d² ਓਵਰ k ਦਾ ਹੋਲ ਟਰਮ ਕਾਊਂਟ ਟੂ ਬੀ 0 ਇਹਦਾ ਮਤਲਬ ਜੇ ਇਹਨੂੰ ਨੈਕਸਟ ਸਟੈਪ ਚ ਲਿਖੇ ਤੇ ਵੀ ਰਾਈਟ d/dq ਆਫ ਹੁਣ ਇੱਥੇ ਦੋਨਾਂ ਟਰਮ ਦੀ ਡਿਫਰੈਂਸ਼ੀਏਸ਼ਨ ਹੋਣੀ ਆਪਾਂ ਡਿਫਰੈਂਸ਼ੀਏਸ਼ਨ ਦਾ ਰੂਲ ਤੋੜ ਦਿੰਨੇ ਕਿ ਇਹਦੀ ਸੈਪਰੇਟ ਡਿਫਰੈਂਸ਼ੀਏਸ਼ਨ ਲਿਖ ਲਓ ਇਹਦੀ ਸੈਪਰੇਟ ਲਿਖ ਦਿਓ ਤੇ ਦੈਨ ਬੀ ਰਾਈਟ d/dq ਆਫ q into q minus d/dq of q square equal to 0 क्या स्टेप क्लियर है Yes, sir. चलो ਹੁਣ ਇੱਕ ਰੂਲ ਦੱਸ ਰਿਹਾ ਜਿਹਨੂੰ ਜੇ ਨਹੀਂ ਪਤਾ ਹੋਏਗਾ ਡਿਫਰੈਂਸ਼ੀਏਸ਼ਨ ਦਾ ਪਾਵਰ ਰੂਲ ਹੁੰਦਾ d/dx of x ਪਾਵਰ n ਠੀਕ ਹੈ ਮੇਰੇ ਕੋਲ ਕੋਈ ਟਰਮ ਪਾਵਰ ਫਾਰਮ ਚ ਪਈ ਹੋਵੇ ਠੀਕ ਹੈ ਤੇ ਨਾਲ ਹੀ ਜੇ ਆਪਾਂ ਇਹਦਾ ਲਿਖ ਦਿੰਦੇ पूरा रूल आ लिख देना c into x पावर n इथे कहा कि c कांस्टेंट आ ते x वेरिएबल आ क्योंकि डिफरेंशिएशन विद रिस्पेक्ट टू x करदा पिया ते जे आ मेरे c कांस्टेंट डिफरेंशिएशन चो बाहर आ जाता ते आ पावर फॉर्म दी डिफरेंशिएशन कर दांगे ਇਹਦਾ ਮਤਲਬ c ਬਾਹਰ ਆ ਗਿਆ d/dx of x पावर n लिख दांगे क्या आ स्टेप क्लियर Yes, sir. ਉਸ ਤੋਂ ਬਾਅਦ ਇੱਥੇ ਪਾਵਰ ਰੂਲ ਲਾ ਦੋ ਪਾਵਰ ਰੂਲ ਇਹ ਕਹਿੰਦਾ ਜਿੰਨੀ ਪਾਵਰ ਹੋਵੇ ਉਹ ਬੇਸ ਨਾਲ ਮਲਟੀਪਲਾਈ ਕਰ ਦੋ ਤੇ ਉੱਪਰ ਇੱਕ ਪਾਵਰ ਮਾਈਨਸ ਕਰ ਦਿਓ ਇਹਦਾ ਮਤਲਬ ਜੇ ਮੈਂ ਨੈਕਸਟ ਸਟੈਪ ਚ ਲਿਖਣਾ ਹੋਵੇ c n x ਪਾਵਰ n - 1 क्या आ डिफरेंशिएशन क्लियर है Yes, sir. Yes, sir. खुद नॉन मेडिकल वाले ने बार-बार पढ़ लिया बिल्कुल सिंपल रूल है मेडिकल वाले जे किसी ਨੂੰ ਭੁੱਲਿਆ ਹੋਵੇ ਤੇ ਆ ਰੂਲ ਜ਼ਰੂਰ ਦਿਮਾਗ 'ਚ ਰੱਖ ਲਓ ਇੱਕ ਨਹੀਂ 10 ਵਾਰੀ ਆਪਾਂ ਨੂੰ ਲੋਡ ਪੈਣੀ ਹੈ ਠੀਕ ਹੈ ਇਹੀ ਰੂਲ ਦੇ ਅਕੋਰਡਿੰਗਲੀ ਜੇ ਆਪਾਂ ਇੱਥੇ ਚੱਲੀਏ ਇਹਨਾਂ ਦੋਨਾਂ ਵਿੱਚੋਂ ਲਵਾਂ ਕੈਪੀਟਲ Q ਮੇਰਾ ਕਾਂਸਟੈਂਟ ਆ ਕੈਪੀਟਲ Q ਇਹਦਾ ਟੋਟਲ ਚਾਰਜ ਆ ਉਹਦੇ ਵਿੱਚੋਂ ਮੈਂ ਕੋਈ ਚਾਰਜ ਕੱਢਦਾ ਪਿਆ ਇਹਦਾ ਮਤਲਬ Q ਕਾਂਸਟੈਂਟ ਆ ਡਿਫਰੈਂਸ਼ੀਏਸ਼ਨ ਚੋਂ ਬਾਹਰ ਆ ਜਾਏਗਾ ਤੇ Q ਪਾਵਰ 1 ਦੀ ਡਿਫਰੈਂਸ਼ੀਏਸ਼ਨ ਇਹਦਾ ਮਤਲਬ ਜੇ ਇੱਥੇ ਨੈਕਸਟ ਸਟੈਪ ਬਣਾਵਾਂ Q ਨੂੰ ਐਸਾ ਚ ਰਹਿਣ ਦਿਓ Q ਪਾਵਰ 1 ਦੀ ਡਿਫਰੈਂਸ਼ੀਏਸ਼ਨ ਕਰ ਦਿਓ ਡਿਫਰੈਂਸ਼ੀਏਸ਼ਨ ਦਾ ਰੂਲ ਕਹਿੰਦਾ ਜਿੰਨੀ ਪਾਵਰ ਆ ਉਹਨੂੰ ਬੇਸ ਨਾਲ ਮਲਟੀਪਲਾਈ ਕਰ ਦਿਓ ਯਾਨੀ 1 Q ਤੇ ਉੱਪਰ ਇਹਦੀ ਪਾਵਰ ਅੱਗੇ ਨਾਲੋਂ ਇੱਕ ਮਾਈਨਸ ਕਰ ਦਿਓ ਇਹ ਮੈਂ ਲਿਖਣ ਦੀ ਲੋੜ ਨਹੀਂ ਤਾਂ ਲਿਖ ਰਿਹਾ ਕਿ ਜੇ ਕਿਸੇ ਨੂੰ ਡਿਫਰੈਂਸ਼ੀਏਸ਼ਨ ਦੀ ਪ੍ਰੋਬਲਮ ਤੁਹਾਨੂੰ ਸਮਝ ਲੱਗ ਜਾਵੇ ਬੇਟਾ ਮਾਈਨਸ ਇੱਥੇ ਪਾਵਰ ਨੂੰ ਲੱਗ ਗਿਆ पावर रूल कहता जितनी पावर आ बेस ना मल्टीप्लाई ऊपर एक पावर माइनस क्या इतना स्टेप क्लियर है जी Yes, sir. इथे q दी पावर 0 आ गई जिदी पावर 0 वो टर्म 1 बन गई यानी ये पूरी टर्म q * 1 q आ जाएगी एडी टर्म q आ गई इथे q पावर 1 आ गया यानी q - 2q = 0 आ गया ठीक है इनु सॉल्व कर लो ਤੇ q = 2q ਆ ਗਿਆ और ਅਸੀਂ ਕੈਲਕੂਲੇਟ ਕਰਦੇ ਪਏ ਆ ਸਮਾਲ q ਦੀ ਵੈਲਿਊ ਤੇ ਇਤੋਂ ਸਮਾਲ q ਕੱਢ ਦੇਣਾ ਤੇ ਸਮਾਲ q ਦੀ ਵੈਲਿਊ q/2 ਆਈ ਆ ਠੀਕ ਹੈ ਸਮਾਲ q ਮੇਰੇ ਕੋਲ ਕੀ ਸੀਗਾ ਜਿਹੜਾ ਚਾਰਜ ਸੀ ਉਸ ਟੋਟਲ ਚਾਰਜ ਚੋਂ ਕੱਢਣਾ ਤੇ ਆਨਸਰ ਇਹ ਕਹਿੰਦਾ ਪਿਆ ਕਿ ਜੇ ਮੈਂ 10 ਕੂਲਮ ਚਾਰਜ ਸੀਗਾ ਮੇਰੀ ਬਾਡੀ ਦੇ ਉੱਤੇ ਉਹਨੂੰ ਮੈਂ 5 ਕੂਲਮ ਦੇ ਦੋ ਪਾਰਟ ਬਣਾ ਦਵਾਂ ਤਾਂ ਉਹਨਾਂ ਵਿਚਲੀ ਫੋਰਸ ਜਿਹੜੀ ਆ ਉਹ ਮੈਕਸਿਮਮ ਆਏ क्या ਇਹ ਗੱਲ ਸਮਝ ਲੱਗੀ Yes, sir. Yes, sir. Yes, sir. तो एक यूनिवर्सल रिजल्ट भी बन जाता जनरलाइज्ड रिजल्ट भी बन जाता कि ਜਦੋਂ ਤੁਸੀਂ ਇਕੁਅਲ ਅਮਾਉਂਟ ਚ ਉਹਨਾਂ ਨੂੰ ਸਪਲਿਟ ਕਰੋਗੇ ਹਮੇਸ਼ਾ ਉਦੋਂ ਉਹਨਾਂ ਦੇ ਅਕ੍ਰੋਸ ਫੋਰਸ ਦੀ ਵੈਲਿਊ ਜਿਹੜੀ ਉਹ ਮੈਕਸਿਮਮ ਹੁੰਦੀ ਹੈ नोट करो तो पहले एक बार देखो जे कोई स्टेप नहीं क्लियर स्टेटमेंट दे अकॉर्डिंगली ते ओ एक बार पहले जरूर बोलो बेटा समझी चले हो जितना तो स्लो स्पीड ना तो मैं समझा पावांगा कि क्लियर हो जाए ठीक है उस हिसाब से चलांगा नेक्स्ट 27 सौखा वन न्यूमेरिकल ठीक है समझ गया ना स्टेटमेंट 27th न्यूमेरिकल दी स्टेटमेंट जो ने की किया वा व्हाट इक्वल चार्जेस 27 कर लिया होया कि नहीं होया न्याणियों कर लिया सर. कर लिया सर. चलो जे इन केस किसी का डाउट है ते बाद विच लास्ट जाके देखते फिर अपन डिस्कस करांगे सेकंड टाइम ऐसे आईडी तो फिर लिंक क्लिक करूंगे सारे यानी कोई स्किप नहीं करेगा
28 numerical statement समझने वाली है, ਉਹਨੂੰ ਧਿਆਨ ਨਾਲ ਪਹਿਲਾਂ ਸਮਝਿਓ। Two small sphere, each of mass m kilogram and charge 1 coulomb. They are suspended from a point by insulating thread, each of 1 meter length, but of negligible mass. If theta is the angle which each string makes with the vertical, when equilibrium has been reached, then show that नीचे उन्हें q square की वैल्यू दी। सिर्फ देखने ਨੂੰ ਔਖਾ ਵਾ numerical, ਐਵੇਂ ਟੱਪ ਜਿਹਾ ਬਣਾਇਆ ਹੋਇਆ, ਕੱਖ ਨਹੀਂ ਹੈਗਾ numerical ਦੇ ਅੰਦਰ, ਸਿਰਫ ਧਿਆਨ ਇੱਕ ਚੀਜ਼ ਸਮਝ ਲਈ। ਉਹਨੇ ਆਪਣੇ ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਕੋਵਰਟ ਪਕੜੋ ਇੱਕ ਵਾਰੀ। ਉਹਨੇ ਆਪਾਂ ਨੂੰ ਕਿਹਾ ਜੀ ਆਪਣੇ ਕੋਲ ਐਸਾ ਚ ਦੋ ਸਮਾਲ ਸਫੀਅਰ ਆ, ਦੋਨਾਂ ਦਾ ਮਾਸ ਮੇਰੇ ਕੋਲ ਸੇਮ ਆ, ਦੋਨਾਂ ਦੇ ਚਾਰਜ ਮੇਰੇ ਕੋਲ ਸੇਮ ਆ। they are suspended from a point by two insulating thread each of 1 meter long। ਇਹ ਮਤਲਬ ਦੋ ਮੇਰੇ ਕੋਲ ਸਫੀਅਰ ਹੋ ਗਏ, ਠੀਕ ਹੈ, ਸਮਝਿਆ ਆ ਦੋ ਸਫੀਅਰ ਹੋ ਗਏ, ਠੀਕ ਹੈ ਜੀ। ਸੇਮ ਪੁਆਇੰਟ ਤੋਂ 1 ਮੀਟਰ ਲੈਂਥ ਰੋਡ ਨਾਲ, ਅਸਲ ਫਿਗਰ ਇਥੋਂ ਚੇਂਜ ਹੋ ਜਾਣੀ ਆ, ਅੱਜ ਤੇ ਗੱਲ ਕਰਕੇ ਦੱਸਣ ਲੱਗੀ ਆ। ਦੋ ਸਫੀਅਰ ਕੀ ਬਣਾ ਮੈਨੂੰ, ਦੋਨਾਂ ਸਫੀਅਰ ਦੇ ਉੱਤੇ ਸੇਮ ਚਾਰਜ ਆ। what the sphere will do, ਰਿਪੈਲ ਕਰੋਗੇ। yes ਦੋਨਾਂ ਸਫੀਅਰ ਤੇ ਸੇਮ ਚਾਰਜ ਹੋਏਗਾ। Yes, sir. ਉਹ ਨਿਆਣਿਓ Yes, sir. yes sir ਯਾਰ ਇਹਨਾਂ ਜਦੋਂ ਦੋਨੋਂ ਸਫੀਅਰ ਨੇ ਇੱਕ ਦੂਜੇ ਨੂੰ ਰਿਪੈਲ ਕੀਤਾ ਤੇ ਇਹਨਾਂ ਦੋਨਾਂ ਸਫੀਅਰ ਦੀ ਨਵੀਂ ਪੋਜੀਸ਼ਨ ਕੁਝ ਇਸ ਵੇਲੇ ਆ ਜਾਓ। yes sir Yes, sir. Yes, sir. ਉਹਨੇ ਆਪਣੇ ਕੁਐਸਚਨ 'ਚ ਕਿਹਾ ਵਾ ਕਿ ਵੀ ਇੱਕੋ ਪੁਆਇੰਟ ਤੋਂ ਤੁਸੀਂ ਦੋ ਸਫੀਅਰ ਸਸਪੈਂਡ ਕੀਤੇ, ਠੀਕ ਹੈ, ਔਰ ਇਹ ਦੋਨੋਂ ਦੇ ਉੱਤੇ ਸਿਮਿਲਰ ਚਾਰਜ ਹੋਣ ਕਰਕੇ ਇਹਨਾਂ ਨੇ ਐਸਾ ਇੱਕ ਦੂਜੇ ਨੂੰ ਰਿਪੈਲ ਕੀਤਾ। ਤੇ ਜਦੋਂ ਉਹ ਦੋਨਾਂ ਨੇ ਇੱਕ ਦੂਜੇ ਨੂੰ ਰਿਪੈਲ ਕੀਤਾ, ਇੱਕ ਸਿਚੁਏਸ਼ਨ ਤੇ ਜਾ ਕੇ ਇਹਨਾਂ ਦਾ ਵਰਟੀਕਲ ਦੇ ਨਾਲ ਐਂਗਲ ਜਿਹੜਾ ਵਾ ਉਹ ਥੀਟਾ ਡਿਫਾਈਨਡ ਆ। ਯਾਨੀ ਈਚ ਸਫੀਅਰ ਵਿਲ ਮੇਕਸ ਐਨ ਐਂਗਲ ਥੀਟਾ ਵਿਦ ਦ ਵਰਟੀਕਲ ਲਾਈਨ। ਇਹਨਾਂ ਕਿਉਂ yes sir ਹੁਣ ਇਸ ਇਨਸਟੈਂਟ ਤੇ ਉਹ ਕਹਿੰਦਾ ਜੀ ਜਦੋਂ ਇਹ ਥੀਟਾ ਐਂਗਲ ਤੱਕ ਗਿਆ ਨਾ ਸਫੀਅਰ, ਇੱਥੇ ਇਕੁਇਲਿਬਰੀਅਮ ਚ ਆ ਗਿਆ। ਤੇ ਇਕੁਇਲਿਬਰੀਅਮ ਵਰਡ ਇਹ ਕਹਿੰਦਾ ਕਿ ਇਸ ਵੇਲੇ ਜਿੰਨੀਆਂ ਵੀ ਫੋਰਸਿਸ ਇਸ ਸਫੀਅਰ ਤੇ ਲੱਗਦੀਆਂ ਉਹ ਸਾਰੀਆਂ ਬੈਲੈਂਸ ਹੋਣਗੀਆਂ, ਹੈਨਾ, ਕਿਉਂਕਿ ਇਕੁਇਲਿਬਰੀਅਮ ਦਾ ਮਤਲਬ ਆ ਨੈਟ ਫੋਰਸ ਜ਼ੀਰੋ। ਤੇ ਜੇ ਇਸ ਵੇਲੇ ਇਹ ਸਫੀਅਰ ਇਕੁਇਲਿਬਰੀਅਮ ਚ ਆ ਤੇ ਇੱਥੇ ਨੈਟ ਫੋਰਸ ਜ਼ੀਰੋ, ਉਹ ਕਹਿੰਦਾ ਪਰ ਹੈ ਕਿਹੜੀ ਆ ਫੋਰਸ। ਤੇ ਉਹਦੇ ਲਈ ਅਸੀਂ ਲੈ ਕੇ ਚੱਲੀਏ ਇੱਕ ਦਾ ਮਾਸ ਦੱਸਿਆ ਮੈਨੂੰ, ਜੇ ਮਾਸ ਅਗਲੇ ਦਾ weight ਹੋਏਗਾ which is acting vertically downward, ਇੱਕ ਦੋਨਾਂ ਦੇ ਉੱਤੇ ਸਿਮਿਲਰ ਚਾਰਜ ਦਿੱਤੇ ਆ, ਇਸ ਲਈ ਰਿਪੈਲ ਕਰਦੇ ਪਏ। ਇਸ ਲਈ A ਸਫੀਅਰ ਨੇ ਇਸ B ਸਫੀਅਰ ਨੂੰ ਇਧਰ ਨੂੰ ਬਾਹਰ ਨੂੰ ਰਿਪੈਲ ਕਰਨਾ, ਠੀਕ ਹੈ ਨਾ, B ਨੇ A ਨੂੰ ਇਸ ਸਾਈਡ ਰਿਪੈਲ ਕਰਨਾ। क्या ਇਹਨਾਂ ਕਲੀਅਰ ਆ? Yes, sir. ਹੁਣ ਤੀਜੀ ਫੋਰਸ ਹੋਰ ਕੋਈ ਹੈਗੀ? ਲਓ ਤੀਜੀ ਫੋਰਸ ਕਿਹੜੀ ਹੋਏਗੀ? tension force Intention. ਤੀਜੀ ਫੋਰਸ ਟੈਂਸ਼ਨ ਆ ਗਈ ਜਿਹੜੀ ਸਟ੍ਰਿੰਗ ਦੇ ਵਿੱਚ ਡਿਵੈਲਪ ਹੋ ਗਈ। ਇਸ ਵੇਲੇ ਆ ਸਫੀਅਰ B ਜਿਹੜਾ ਜਾਂ ਸਫੀਅਰ A ਜਿਹੜਾ ਇਹ ਇਕੁਇਲਿਬਰੀਅਮ ਚ ਆ ਬੇਟਾ। ਇਹਦਾ ਮਤਲਬ ਇਹ ਤਿੰਨੇ ਫੋਰਸਸ ਇਸ ਵੇਲੇ ਇੱਕ ਦੂਜੇ ਨਾਲ ਬੈਲੈਂਸ ਆ। ਹੁਣ ਜਿਹੜੀ ਬੈਲੈਂਸਿੰਗ ਦੀ ਸਮਝ ਸਾਨੂੰ ਹੈਗੀ ਆ ਹਨਾ, ਉਹਦੇ ਵਿੱਚ ਇਹ ਆ ਕਿ ਵੀ ਇਧਰ ਜੇ ਹੌਰੀਜ਼ੌਂਟਲ ਫੋਰਸ ਆ ਇਹਦੀ ਇੱਧਰ ਵੀ ਕੋਈ ਹੋਊਗੀ, ਜੇ ਉੱਪਰ ਵਰਟੀਕਲ ਆ ਤਾਂ ਥੱਲੇ ਨਾਲ ਬੈਲੈਂਸ ਹੋ। ਇਹ ਡਿਫਰੈਂਟ ਡਾਇਰੈਕਸ਼ਨ ਦੀਆਂ ਫੋਰਸਸ ਅਸੀਂ ਲਿਖਦਾ ਬੈਲੈਂਸ ਆ। ਤੇ ਇਹ ਬੈਲੈਂਸਿੰਗ ਕਰਨ ਵਾਸਤੇ ਤੁਸੀਂ ਇਹ ਕਰ ਸਕਦੇ ਹੋ, ਇਹਨਾਂ ਵਿੱਚੋਂ T ਨੂੰ, ਠੀਕ ਹੈ ਜੀ, ਆਪਾਂ ਸਪਲਿਟ ਕਰ ਦਿੰਦੇ। ਇਹਦੇ ਨਾਲ ਦਾ ਆਪਾਂ ਨਿਊਮੈਰੀਕਲ ਕੀਤਾ ਸੀਗਾ, T ਨੂੰ ਸਪਲਿਟ ਕਰ ਦਿਓ, इधर एंगल थीटा करके T का कंपोनेंट T cos थीटा आ जाएगा, ठीक है जी। इस साइड में का कंपोनेंट T sin थीटा आ जाएगा। ਜਿਹੜੇ ਦੋਨੋਂ ਸਫੀਅਰ ਆ ਇਹਨਾਂ ਦੇ ਵਿਚਲਾ ਡਿਸਟੈਂਸ ਮੇਰੇ ਕੋਲ ਜਿਹੜਾ r ਆ ਗਿਆ। ਕਲੀਅਰ ਹੈ ਨਿਕਲ? ਇਹਨਾਂ ਸਮਝ ਆਈ ਗਿਆ ਨਾ? Yes, sir. Yes, sir. ਉਹਨੇ ਲਾਸਟ ਆਪਣੇ ਕੋਲ ਜੋ ਕੈਲਕੂਲੇਟ ਕਰਾਇਆ ਨਾ ਉਹ q ਸਕੁਅਰ ਆ। ਤੇ ਉਹ ਕਿਹੜੀ ਫੋਰਸ ਇਦਾਂ ਦੀ ਆ ਜਿਹਦੇ ਚ q ਆਣਾ? ਇੱਥੇ ਕਿਹੜੀ ਫੋਰਸ ਇਦਾਂ ਦੀ ਆ ਜਿਹਦੇ ਚ q ਇਨਵੋਲਵਡ ਆ? sir coulomb force ਕੂਲਮ ਫੋਰਸ ਜਿਹੜੀ F ਨਾਲ ਡਿਫਾਈਨਡ ਹੋਏਗੀ, ਹਨਾ। ਇਹਦਾ ਮਤਲਬ ਇਹਦੇ ਵਿੱਚੋਂ ਚੁੱਕ ਕੇ ਅਸੀਂ q ਲੈ ਕੇ ਆਣਾ ਕਿਤੋਂ ਨਾ ਕਿਤੋਂ, ਤੇ q ਸਕੁਅਰ ਦੀ ਜਿਹੜੇ ਵੈਲਿਊ ਕਿ ਅਸੀਂ ਉਹ ਕੱਢ ਕੇ ਦੇਣੀ ਆ।
इस वेले ਜਿਹੜੀਆਂ ਜਿਹੜੀਆਂ फोर्सेस जिन्ना जिन्ना बैलेंस आ वो लेके चलिए here F is balanced by T sin theta and mg is balanced by कितना जी T cos theta आ क्लियर है जी इतने की करो F ਦੀ ਥਾਂ ਤੇ ਉਹਦੀ ਵੈਲਿਊ ਭਰ ਦਿਓ ਆਪਾਂ ਇਹਨੂੰ ट्रायंगल कुछ नाम दे दो इस पॉइंट का नाम C दे देने आ मेरा AB आ जाएगा जे इस वे F ਦਾ ਫਾਰਮੂਲਾ ਲਿਖਣਾ ਹੋਵੇ फोर्स बिटवीन टू चार्ज ਉਹਦਾ ਫਾਰਮੂਲਾ ਹੁੰਦਾ K Q1 Q2 over R square ठीक है ਤੇ ਜਿਹੜਾ Q1 Q2 ਆ ਦੋਨਾਂ ਦੇ सेम चार्ज आ इसलिए K Q square बन जू over R square यानी AB ਦਾ स्क्वायर आ गया क्लियर है निकल Yes, sir. चल ਤੇ ਜੇ ਹੁਣ ਇਸ ਮੂਵਮੈਂਟ ਤੇ ਆਪਾਂ ਇੱਥੇ ਇਹਦੀ ਵੈਲਿਊ ਪੁੱਟ ਵੀ ਕਰ ਲਈਏ ਤੇ ਨਾਲੋਂ ਨਾਲ ਦੋਨਾਂ ਨੂੰ ਡਿਵਾਈਡ ਵੀ ਕਰ ਲਈਏ ਤੇ ਆਪਣੇ ਕੋਲ ਆ ਜਾਏਗਾ ਡਿਵਾਈਡ 1/2 ठीक है डिवाइड 1/2 अपने को टर्म बन जाएगी k q स्क्वायर ओवर ab स्क्वायर ओवर mg इक्वल टू इधर डिवाइड करा t अननोन कैंसिल हो जाना सारी टर्म किधर इक्वल आ गई tan थीटा अब लगने की दी वैल्यू है q स्क्वायर है ना अपने आंसर को चेक करो आंसर k दी फॉर्म च नहीं आके 4 पाई एप्सिलॉन नॉट दी फॉर्म च ਇਹਦਾ मतलब आ करिए k ਦੀ ਵੈਲਿਊ ਵੀ ਭਰ ਦਈਏ ਤੇ q ਸਕੁਅਰ ਇੱਧਰ ਰੱਖ ਕੇ ਬਾਕੀ ਸਾਰਾ ਕੁਝ ਦੂਜੇ ਪਾਸੇ ਲੈ ਇਹਦਾ ਮਤਲਬ ਜੇ ਆਪਾਂ ਇੱਕ ਟਰਮ ਬਣਾਈਏ ਤੇ ਸਾਡੇ ਕੋਲ ਟਰਮ ਬਣ ਜਾਏਗੀ ਪਹਿਲਾਂ ਇੱਧਰ ਦੇਖ ਲਿਆ k q ਸਕੁਅਰ ਇਕੁਅਲ ਟੂ mg tan थीटा इनटू ab ਸਕੁਅਰ ठीक है जी ਤੇ k ਦੀ ਵੈਲਿਊ ਇੱਥੇ ਨਾਲ ਪੁੱਟ ਕਰ ਲਓ 1/4 ਪਾਈ ਐਪਸਿਲਨ ਨੋਟ ਆ ਉਹ ਇੱਧਰ ਜਾ ਕੇ ਮਲਟੀਪਲਾਈ ਚ ਚਲੇ ਜਾਣਾ ਇਹ ਮਤਲਬ ਸਾਡੇ ਕੋਲ q ਸਕੁਅਰ ਦੀ ਵੈਲਿਊ 4 ਪਾਈ ਐਪਸਿਲਨ ਨੋਟ mg into tan थीटा into ab स्क्वायर आ गया क्या इतना समझ आया जी Yes, sir. कंपेयर करके देखो कितनियां सारियां वैल्यूज अपनी ਜਿਹੜੀਆਂ q स्क्वायर ਦੀਆਂ ਬਣ ਚੁੱਕੀਆਂ ਵਿੱਚੋਂ ਇੱਕ ਚੀਜ਼ ਰਹਿੰਦੀ ਆ ਉੱਥੇ ab ਦੀ ਵੈਲਿਊ sin थीटा ਦੀ ਫਾਰਮ ਚ ਆ ਉਹਦੇ ਲਈ ਪੁੱਤਰ ਆ ਕਰੋ ਇਹ ਤੋਂ c ਤੋਂ ਜੇ ਮੈਂ ਇੱਕ ਪਰਪੈਂਡੀਕੂਲਰ ਬਾਈਸੈਕਟਰ ਡਰਾ ਕਰ ਦਵਾਂ ਠੀਕ ਹੈ ਤੇ ਆ ਇਸ ਮੂਵਮੈਂਟ ਤੇ ਮੈਂ ਸਾਈਡ ਜਿਹੜੀ ਆ ਠੀਕ ਹੈ ਜੀ ਇੰਨਾ ਲੈ ਲਵਾਂ ਇਹਨੂੰ d ਪੁਆਇੰਟ ਕਹਿ ਦੇਣਾ ਤੇ ਆ ਇੰਨੀ ਟ੍ਰਾਇੰਗਲ ਦੇ ਵਿੱਚੋਂ ਜੇ ਮੈਂ AB ਦੀ ਲੈਂਥ ਇਸ AC ਦੀ ਫਾਰਮ ਚ ਡਿਫਾਈਨ ਕਰ ਲਵਾਂ ਐਂਗਲ ਦੇ ਸਾਹਮਣੀ ਸਾਈਡ ਪਰਪੈਂਡੀਕੂਲਰ ਬਣ ਜਾਏਗੀ ਆ ਮੇਰੇ ਕੋਲ ਜਿੱਥੇ 90 ਡਿਗਰੀ ਬਣਦਾ ਇਹ ਪਰਪੈਂਡੀਕੂਲਰ ਤੇ ਬੇਸ ਦਾ ਰਿਲੇਸ਼ਨ ਆ ਗਿਆ ਆ ਪਰਪੈਂਡੀਕੂਲਰ ਤੇ ਆ ਹਾਈਪੋਟੇਨਿਊਜ਼ ਆ ਜੂ ਕਿ ਇੰਨੀ ਗੱਲ ਕਲੀਅਰ ਆ Yes, sir. ਸੋ ਇੱਥੇ ਜੇ ਲੈ ਕੇ ਚੱਲੀਏ ਇਨ ਟ੍ਰਾਇੰਗਲ ABC ਇਸ ਟ੍ਰਾਇੰਗਲ ਚੋਂ AD ਕੱਢ ਲਓ AD ਜਿਹੜਾ ਵਾ ਉਹ AB ਦਾ ਹਾਫ ਆ ਇਹ ਮਤਲਬ ਆਪਾਂ AB ਦੀ ਥਾਂ ਤੇ 2 ਟਾਈਮ AD ਭਰ ਦਈਏ ਤੇ ਇਹਦਾ ਮਤਲਬ ਮੇਰੇ ਕੋਲ ਇਥੋਂ AD ਦੀ ਵੈਲਿਊ ਕੱਢਾਂ ਤੇ AB ਓਵਰ AC ਇਕੁਅਲ ਟੂ sin ਥੀਟਾ ਠੀਕ ਹੈ ਜੀ ਤੇ AD ਦੀ ਲੈਂਥ ਸਾਡੇ ਕੋਲ ਆ ਗਈ ਕਿੰਨੀ AC sin थीटा AC देख लो अपन लोग क्वेश्चन कितना आगे बना AC ਦੀ ਲੈਂਥ ਸਾਡੇ ਕੋਲ 12 ਮੀਟਰ ਗਿਵਨ ਆ यानी इतो लिखना ते AD ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ sin थीटा ਹੀ ਆ ਗਈ Yes, sir. 1 into sin थीटा सर इन आजू सर वो शायद 1 नहीं शायद L होगा वो हां L वा नीचे आंसर च 4 mg L स्क्वायर आ लेंथ L मीटर आ बेटा इधर जितने फिर आ लिख दो जितने 1 लिखदे पे यानी आ चीज मेरी L sin थीटा बन जाएगी बेटा Yes, sir. Yes, sir. इतने सब्स्टिट्यूट करने वास्ते आप इतना लिख देने बट AB इक्वल टू 2 टाइम AD यानी 2 टाइम L sin थीटा ਤੇ ਜੇ ਆ ਵਾਲੀ ਵੈਲਿਊ ਲੈ ਕੇ ਆਪਾਂ ਇੱਥੇ ਪੁੱਟ ਅਪ ਕਰ ਦਈਏ ਤੇ ਇੱਥੇ 4L ਸਕੁਅਰ sin ਸਕੁਅਰ ਥੀਟਾ ਹੋ ਰਾਜੂ ਉਹ ਨਿਆਣਿਓ Yes, sir. Yes, sir. ਲੈ ਕਰੋ ਯਾਰ ਮੈਨੂੰ ਪਤਾ ਲੱਗਿਆ ਹੈਗੇ ਨੂੰ ਸੋ q ਸਕੁਅਰ ਦੀ ਵੈਲਿਊ ਸਾਡੇ ਕੋਲ ਕਿੰਨੀ ਬਣ ਗਈ 4 ਪਾਈ ਐਪਸਿਲਨ ਨਾਟ mg into tan थीटा
into 4l square sin square theta। आ साडा जेड़ा उन्हें प्रूव करन किया आ पार्ट अपना एक प्रूव हो जाएगा। क्या ये चीज क्लियर है? Yes, sir. Yes, sir. देखो एक बारी जे कोई स्टेप लगदा तो दोबारा बोलो।